वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो, रसना पवित्र कर दे। एक बार सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सच्चे पातशाह का परमेश्वर मिलाप तो बाद वापस मुड़ना अते सिलीगार पहाड़ तो जिहड़ा अगला पहाड़ सी उत्थे आके ऋषि कल्याण नूं अते उसदे गुरु सीला सैन नूं मिलना। इस लड़ी नाल जुड़न तो पहला जो अज फलगुण का महीना आरंभ होया है, क्योंकि अज कोई छुट्टी नहीं है, कोई ऐतवार का दिन नहीं है, पर देश तो लैके विदेश तक हर गुरुद्वारे दे विच एक विशेष रौनक हुंदी है जिस दिन नवा महीना चढ़ता है। हालांकि शब्द गुरु ग्रंथ साहब महाराज दे विच है ही नहीं जिन्हों आपां संगरांद कहने आ, और ये शब्द जिहड़ा बनिया भी संक्रांति तो है, क्योंकि जदों सूरज एक राशि विचों निकल के दूजी राशि विच प्रवेश करदा है तो उस दिन ये संक्रांति मनी जाती है। सनातन मत विच इस दिन नूं वड्डे दान पुण्य दा धर्म कर्म दा दिन मन्निया जाता है। दास ने सवेरे भी बेनती की सी कि गुरु साहब जी ने वो बहुत सारे तरीके अपने घर विच प्रवान कीते ने, गुरबाणी विच प्रवान कीते ने,
ਔਰ ਜਿਹੜੇ ਤਰੀਕੇ ਪ੍ਰਵਾਨ ਕੀਤੇ ਨੇ ਉਹਨਾਂ ਦੇ ਪਰਥਾਏ ਬਾਣੀ ਵੀ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਜਿਵੇਂ ਮੁਸਲਮਾਨਾਂ ਦੇ ਵਿੱਚ 5 ਨਮਾਜ਼ਾਂ ਨੇ, ਇੱਕ ਨੇਮ ਹੈ ਰੱਬ ਦੀ ਇਬਾਦਤ ਦਾ ਸਮਾਂਬੱਧ ਹੋ ਕੇ, ਟਾਈਮ ਬਾਉਂਡ ਹੋ ਕੇ ਕਰਨਾ। ਸਾਨੂੰ ਵੀ ਗੁਰੂ ਨੇ ਨਿਤਨੇਮ ਬਖਸ਼ਿਆ ਹੈ। ਜਿਵੇਂ ਸਨਾਤਨ ਮਤ ਵਿੱਚ ਲੋਕ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਸੀ, ਸਤਿਗੁਰੂ ਨੇ ਵੀ ਸਾਨੂੰ ਸਰੋਵਰ ਬਖਸ਼ੇ ਨੇ। ਉਸ ਤਰੀਕੇ ਨੂੰ ਪ੍ਰਵਾਨ ਕੀਤਾ ਹੈ। ਫਿਰ ਆਪਣੇ ਢੰਗ ਨਾਲ, ਆਪਣੇ ਤਰੀਕੇ ਨਾਲ ਸਤਿਗੁਰਾਂ ਨੇ ਬਾਣੀ ਦੇ ਰਾਹੀਂ ਸਾਡਾ ਮਾਰਗ ਦਰਸ਼ਨ ਵੀ ਕੀਤਾ ਹੈ। ਔਰ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕ ਬਾਣੀ 12 ਮਾਹਾਂ ਜਿਹੜੀ ਹੈ, ਇਹ 2 ਰਾਗਾਂ ਵਿੱਚ ਦਰਜ ਹੈ। ਇੱਕ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੈ, ਦੂਸਰੇ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੈ। ਗੁਰੂ ਅਰਜਨ ਦੇ ਪਿਤਾ ਮਹਾਰਾਜ ਮਾਂਝ ਰਾਗ ਵਾਲੇ 12 ਮਾਹਾਂ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਭਾਈ ਇਹਨਾਂ ਮਹੀਨਿਆਂ ਨੂੰ ਆਪਣੇ ਜੀਵਨ ਦੀ ਯਾਤਰਾ ਬਣਾਓ, ਕਿਉਂਕਿ ਕੈਲੰਡਰ ਜਿਹੜਾ ਹੁੰਦਾ ਹੈ ਨਾ, ਇਹ ਇੱਕ ਕੈਲਕੂਲੇਟਰ ਹੈ। ਜਿਵੇਂ ਤੁਸੀਂ ਜਮ੍ਹਾਂ ਘਟਾਓ ਕਰਨਾ ਹੈ, ਕੋਈ ਪਲੱਸ ਮਾਈਨਸ ਕਰਨਾ ਹੈ, ਕੋਈ ਡਿਵਾਈਡ ਕਰਨਾ ਹੈ, ਕੋਈ ਮਲਟੀਪਲਾਈ ਕਰਨਾ ਹੈ, ਜਿਹੜਾ ਹਿਸਾਬ ਹੈ ਉਹਦੀ ਗਿਣਤੀ ਮਿਣਤੀ ਦਾ ਜਿਹੜਾ ਜੰਤਰ, ਅਸੀਂ ਉਹਨੂੰ ਕੈਲਕੂਲੇਟਰ ਕਹਿੰਦੇ ਆ। ਹੁਣ ਇਹਦੇ ਵਿੱਚ ਸਿਰਫ ਰਕਮਾਂ ਆਉਂਦੀਆਂ ਨੇ। ਕੈਲੰਡਰ ਦੇ ਵਿੱਚ ਦਿਨ ਆਉਂਦੇ ਨੇ, ਸਾਲ ਆਉਂਦੇ ਨੇ, ਸਦੀਆਂ ਆਉਂਦੀਆਂ ਨੇ। ਹੈ ਵੀ ਇੱਕ ਕੈਲਕੂਲੇਟਰ ਹੈ, ਪਰ ਅਸੀਂ ਇਹਦੇ ਤੇ ਵੀ ਝਗੜਾ ਕਰੀ ਜਾਂਦੇ ਆ। ਮੈਂ ਤਾਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ ਕਿ ਕੋਈ ਸਿੱਖਾਂ ਦੀ ਜਥੇਬੰਦੀ ਲਿਆਓ ਔਰ ਉਸ ਜਥੇਬੰਦੀ ਦੇ ਕਿਸੇ ਵੀ ਪ੍ਰਮੁੱਖ ਆਗੂ ਨੂੰ ਕਹੋ ਕਿ ਭਾਈ ਮੇਰੀ ਸਿਹਤ ਠੀਕ ਨਹੀਂ ਹੈ। ਕੋਈ ਨਹੀਂ ਕਹੇਗਾ ਵੀ ਸਾਡੇ ਜਥੇਬੰਦੀ ਦੀ ਦਵਾਈ ਖਾਓ, ਸਾਡੀ ਜਥੇਬੰਦੀ ਦੀ ਬੂਟੀ ਖਾਓ। ਸਾਡੀ ਜਥੇਬੰਦੀ ਨੇ ਇੱਕ ਫੱਕੀ ਬਣਾਈ ਹੈ, ਉਹ ਤੁਸੀਂ ਗਰਮ ਪਾਣੀ ਨਾਲ ਖਾਇਆ ਕਰੋ ਸਵੇਰੇ ਸ਼ਾਮੀ। ਹਰ ਇੱਕ ਬੰਦਾ ਇੱਕੋ ਗੱਲ ਕਹੇਗਾ, ਭਾਈ ਸਾਹਿਬ ਕਿਸੇ ਸਿਆਣੇ ਡਾਕਟਰ ਨੂੰ ਵਿਖਾਓ, ਸਾਰੇ ਟੈਸਟ ਕਰਾਓ, ਕਿਸੇ ਵੱਡੇ ਹਸਪੀਟਲ ਜਾਓ। ਜ਼ਿੰਦਗੀ ਦਾ ਰਿਸਕ ਨਹੀਂ ਲੈਣਾ ਚਾਹੀਦਾ। ਤੇ ਫਿਰ ਜਦੋਂ ਕੈਲੰਡਰ ਦੀ ਗੱਲ ਆਉਂਦੀ, ਉਦੋਂ ਆਪਾਂ ਇਹ ਗੱਲ ਕਿਉਂ ਨਹੀਂ ਛੱਡ ਦਿੰਦੇ ਵੀ ਉਹਨਾਂ ਲੋਕਾਂ ਨੂੰ ਕੈਲੰਡਰ ਦੇ ਦਈਏ ਜਿਹੜੇ ਕੈਲੰਡਰ ਦੇ ਐਕਸਪਰਟ ਨੇ, ਜਿਨ੍ਹਾਂ ਨੂੰ ਦਿਨਾਂ ਦੀ ਜਮ੍ਹਾਂ ਘਟਾਓ ਆਉਂਦੀ ਹੈ। ਵੇਖੋ ਜਿੰਨਾ ਕ੍ਰਿਸ਼ਨਾ ਨੇ ਕੈਲੰਡਰ ਬਣਾਇਆ ਸੀ, ਜਿੰਨਾ ਕ੍ਰਿਸ਼ਨਾ ਨੇ ਈਸਵੀ ਕੈਲੰਡਰ ਬਣਾਇਆ ਸੀ, ਉਹਨਾਂ ਨੂੰ 1800 ਕੁਛ ਦੇ ਵਿੱਚ ਇਹਦੇ ਵਿੱਚ ਬਹੁਤ ਵੱਡਾ ਜੰਪ ਮਾਰਨਾ ਪਿਆ। ਬੜੇ ਸਾਰੇ ਦਿਨ ਇੱਕੋ ਦਿਨ ਵਿੱਚ ਹੀ, ਤਕਰੀਬਨ ਸ਼ਾਇਦ 17 ਦਿਨ ਨੇ, ਕੈਲੰਡਰ ਜਿਹੜਾ ਸੀ ਉਹਨੂੰ ਅੱਗੇ ਲੈ ਕੇ ਆਂਦਾ ਗਿਆ। ਔਰ ਫਿਰ ਉਹਨਾਂ ਨੂੰ ਮੰਨਣਾ ਪਿਆ ਵੀ ਇੱਕ ਸਾਲ ਸਾਨੂੰ ਲੀਪ ਦਾ ਸਾਲ ਬਣਾਉਣਾ ਚਾਹੀਦਾ ਹੈ, ਕਿਉਂਕਿ 4 ਸਾਲਾਂ ਬਾਅਦ ਜਿਹੜੇ ਦਿਨ ਜਿਹੜੇ ਘੰਟੇ ਵੱਧਦੇ ਰਹਿੰਦੇ ਨੇ, ਉਹ ਇੱਕ ਦਿਨ ਦਾ ਰੂਪ ਧਾਰਨ ਕਰ ਜਾਂਦੇ ਨੇ। ਤੇ ਜੇ ਅਸੀਂ 4 ਸਾਲਾਂ ਬਾਅਦ ਇੱਕ ਦਿਨ ਫਰਵਰੀ ਦੇ ਵਿੱਚ ਮਹੀਨਾ 29 ਦਿਨ ਦਾ ਨਹੀਂ ਕਰਾਂਗੇ ਤੇ ਫਿਰ ਉਹੀ ਕੁਛ ਹੋਏਗਾ।
देखो ना, 4 साल बाद एक दिन का फर्क पै गया, 8 साल बाद 2 दिन का फर्क पै जाएगा, 12 साल बाद 3 दिन का फर्क पै जाएगा, 16 साल बाद 4 दिन का फर्क पै जाएगा। ਹੁਣ इदा तो है नहीं कि आप कहिए जी सवेर है तो शाम है जी, इनू इदा ही गिन लो जी। अज तुहाडे कोल घड़ियां ने, कई ऐसे वड्डे मुल्क हैगे ने, कनेडा अमेरिका वर्गे, उन्हां दे एक मुल्क दे विच ही कई कई टाइम चलते हैं। किते अद्धे घंटे का फर्क है, किते घंटे का फर्क है, किते 2 घंटे का फर्क है, किते 3 घंटे का फर्क है। तो उसकी वंड तो सानू समझनी पवेगी। तो इस करके मैं फिर बेनती करा कि कैलेंडर एक दिनों का जमा घटाओ है, इस तो अगे कुछ नहीं है, जिन्हों आप 12 माह कहने। सतगुरां ने कहा भी इनू जीवन की यात्रा बनाओ, और जीवन की यात्रा बनाने का तरीका यह है कि बेनती करो। देखो मैं आप जी ने एक बेनती करा, जिन्ना चिर तुहानू ये एहसास नहीं कि मैं भुल गया, तुसी किसी नूं पुछोगे ही नहीं। तुसी ट्रेन विच बैठे हो, भज के बस विच बैठे हो, तुसी किसी राउंड अबाउट तो, किसी चौंक तो, किसी गलत सड़क ते गड्डी चढ़ा ली है, तो तुसी तो एक्सीलेटर दबी जाना है। 10 15 20 40 50 60 70 100 किलोमीटर तो बाद तुसी कहना भी मैनू लगता है मैं गलत रोड ते आ गया। हुण तुसी किसी नूं पुछोगे, जिन्ना चिर भुले होने का एहसास नहीं होएगा, तुसी पुछण दी लोड़ नहीं समझोगे। तो जदों तुसी किसी नूं पुछोगे, फिर तुहानूं अपनी गलती का भी एहसास होएगा भी मैं तो बहुत गलत चला गया, मेरा तो समा बर्बाद हो गया, मेरा इन्ना तेल बल गया, इन्ने पैसे मेरे जिहड़े टिकट ते व्यर्थ चले गए, मेरी तो दिहाड़ी खराब हो गई। इस करके ये जिहड़ी यात्रा है ये जग्यासू की यात्रा है। जे आप कहिए ना भी 12 माह साड़ी यात्रा है, नहीं, तुसी किसी नूं पुछ लिओ। आम लोग सानू भी पुछते हैं ज्ञानी जी संगरांद कदों है, तो कई बार तो दस दीदा भी अमके दिन है, तो कई बार गल नूं हासे विच पा लीदा भी तुसी की करना है, असी ज्ञानी जी गुरुद्वारे मत्था टेकण आउणा है। भी पुछो भी अगों पिछों कोई पाबंदी है, जां अगों पिछों किसी ने मना किया है। हुण इहो जे व्यक्ति नूं सोचो भी वो अज दे दिन आवेगा, संगरांद दा उपदेश सुनेगा, उहदा जीवन बदलेगा, बिल्कुल नहीं सुनेगा। उन्होंने तो किसी ने सनातन मत वाली गल समझाई है भी संगरांद वाले दिन इशनान करेगा, इशनान संगरांद वाले दिन दान करेगा तो वो बहुता मल्टीपलाई होएगा। और मुनाफे की गल बंदे नूं बड़ी छेती समझ आउंदी है। जिन्ने कॉल सेंटर ने जां जिन्नियां कंपनियां ने, जिहड़े लोग तुहानूं रोज़ तुहाडे लख माड़ा बोलण दे बावजूद भी तुहाडे फोनां ते कालां करदे ने, वो की कहंदे ने? वो तुहानूं ये कहंदे ने भी तुहाडे लई जी असीं नवीं एक बड़ी बेनीफिशियल स्कीम लैके आए हैं। सियाणा बंदा तो कट दिंदा है, मूर्ख आदमी जिहड़ा वो कहंदा भी लियाओ लियाओ, वो सोचदा भी शायद गुरुद्वारे तो लंगर आ रहा है, ये तो खा ही लेना चाहिए। तो पता उदों लगता भी आउंदा कुछ भी नहीं, इधरों सारा कुछ ही चला जाता है। बड़े लोग ने जिहड़े फायदे विच ही अपना सब कुछ गवा लेंदे, नुकसान कर लेंदे ने। ये यात्रा सिर्फ उन्हां दी है जिन्हां ने एहसास किया है, जिन्हां ने महसूस किया है, जिन्हां दी ये फीलिंग है कि असीं परमात्मा तो टुटे हुए हैं। जिहड़े मनदे ने कि बहुत जन्म बिछरे थे माधो, ये जन्म तुम्हारे लेखे। वो फिर की कहते हैं? वो कहते हैं किरत कर्म के विछड़े
ਕਰ ਕਿਰਪਾ ਮੇਲੋ ਰਾਮ। परमात्मा असी अपनी किरत करके, किरत दे कर्मा करके, क्योंकि किरत तो कर्म बनते ने, साडे भाग बनते ने। चंगे कामां तो चंगे भाग बनते ने, माड़े कामां तो माड़े भाग बनते ने। किरत कर्म के विछड़े कर किरपा मेलो राम। चार कुंट दै दिश भ्रमे थक आए प्रभ की शाम। ਹੁਣ ਤੁਸੀਂ ਕਹੋਗੇ ਜੀ ਇਹ ਅਰਦਾਸ ਕਰਦਾ ਮੈਂ ਵੀ ਕਰ ਦਿੰਦਾ, ਇੱਦਾਂ ਨਹੀਂ ਗੱਲ ਬਣਦੀ। ਕੀ ਤੁਸੀਂ ਮੰਨਦੇ ਹੋ ਜਾਂ ਕੀ ਤੁਸੀਂ ਇਹ ਜਿਹੜਾ ਕੋਰਸ ਸੀ ਇਹ ਤੁਹਾਡਾ ਪੂਰਾ ਹੋ ਗਿਆ? ਕੀ ਇਹ ਕੋਰਮ ਤੁਸੀਂ ਪੂਰਾ ਕਰ ਲਿਆ? 4 ਕੁੰਟਾਂ ਵਾਲਾ, 10 ਦਿਸ਼ਾਵਾਂ ਵਾਲਾ, ਕੀ ਤੁਸੀਂ ਭਟਕ ਆਏ ਹੋ? ਹੁਣੇ ਸੋਦਰ ਦਾ ਪਾਠ ਹੋਇਆ ਹੈ, ਉਹਦੇ ਵਿੱਚ ਇੱਕ ਦੋਹਰਾ ਪੜ੍ਹਿਆ ਗਿਆ, ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ। ਤੇ ਜੇ ਕਿਸੇ ਨੂੰ ਪੁੱਛਿਆ ਜਾਏ ਦੱਸੋ ਜੀ ਕਿਹੜਾ ਛੱਡ ਕੇ ਆਏ ਹੋ, ਕੋਈ ਵੀ ਨਹੀਂ। ਵੀ ਘਰੋਂ ਤੇ ਮਸਾਂ ਭੱਜ ਕੇ ਤੇ ਗੁਰਦੁਆਰੇ ਆਇਆ, ਤੇ ਛੱਡ ਕੇ ਕਿਹਨੂੰ ਕੀ ਆਇਆ ਤੂੰ ਬਈ? ਇਸ ਕਰਕੇ ਸਾਡੇ ਲਈ ਇਹ ਸਵਈਆ ਜਿਹੜਾ ਹੈ ਨਾ, ਇਹ ਸਿਰ ਤੋਂ ਪਾਣੀ ਲੰਘਣ ਵਾਲਾ ਸਵਈਆ ਹੈ। ਛੱਡ ਕੇ ਤਾਂ ਅਸੀਂ ਕੁਝ ਆਏ ਹੀ ਨਹੀਂ। ਜਾਤੇ ਹੋਵੇ ਨਾ ਵੀ ਅਸੀਂ ਬੜੀਆਂ ਥਾਵਾਂ ਤੇ ਭਟਕਦੇ ਸੀ ਜੀ, ਹੁਣ ਅਸੀਂ ਫੈਸਲਾ ਕਰ ਲਿਆ ਵੀ ਨਹੀਂ, ਹੁਣ ਅਸੀਂ ਉੱਥੇ ਵੀ ਮੱਥਾ ਨਹੀਂ ਟੇਕਣਾ, ਉੱਥੇ ਵੀ ਮੱਥਾ ਨਹੀਂ ਟੇਕਣਾ, ਅਸੀਂ ਉਹਦੀ ਵੀ ਪੂਜਾ ਨਹੀਂ ਕਰਨੀ, ਅਸੀਂ ਉਹਦੀ ਵੀ ਪੂਜਾ ਨਹੀਂ ਕਰਨੀ, ਅਸੀਂ ਉਹਦੇ ਮਗਰ ਵੀ ਨਹੀਂ ਜਾਣਾ, ਉਹਦੇ ਮਗਰ ਵੀ ਨਹੀਂ ਜਾਣਾ, ਹੁਣ ਅਸੀਂ ਸਿਰਫ ਬਾਬੇ ਨਾਨਕ ਦੇ ਮਗਰ ਜਾਣਾ। ਫਿਰ ਤੇ ਬਾਣੀ ਠੀਕ ਹੈ, ਫਿਰ ਤੇ ਤੁਸੀਂ ਕਹੋ ਔਰ ਤੁਹਾਡੀ ਗੱਲ ਮੰਨੀ ਵੀ ਜਾਏਗੀ ਕਿ ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ। ਬਾਹਾਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਕਿਉਂਕਿ ਜਿਹੜੇ ਸ਼ਰਨ ਦੇ ਅਰਥ ਨੇ, ਮੈਨੂੰ ਵੀ ਇਹ ਗੱਲ ਵਿਦੇਸ਼ ਵਿੱਚ ਜਾ ਕੇ ਪਤਾ ਲੱਗੀ ਹੈ, ਸ਼ਰਨ ਕਿਹਨੂੰ ਕਹਿੰਦੇ ਨੇ। ਪੜ੍ਹੀ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਿਹੜੀ ਸ਼ਰਨ ਪਏ ਹੋ ਤੁਸੀਂ? ਕੀ ਤੁਹਾਨੂੰ ਪਤਾ ਹੈ ਸ਼ਰਨ ਕਿਵੇਂ ਪਈਦਾ? ਆਪਾਂ ਸੁਣਦੇ ਹਾਂ ਨਾ ਵੀ ਕਿਸੇ ਬੰਦੇ ਨੇ ਦੂਜੇ ਮੁਲਕ ਵਿੱਚ ਜਾ ਕੇ ਸ਼ਰਨ ਲੈ ਲਈ ਹੈ, ਪਨਾਹ ਲੈ ਲਈ ਹੈ। ਹੁਣ ਇਹਨੂੰ ਜਿਹੜੀ ਬਾਹਰ ਦੀ ਭਾਸ਼ਾ ਉਹਦੇ ਵਿੱਚ ਇਹਨੂੰ ਪੋਲੀਟੀਕਲ ਅਸਾਈਲਮ ਕਹਿੰਦੇ ਨੇ, ਕਿ ਤੁਸੀਂ ਉੱਥੇ ਜਾ ਕੇ ਐਪਲੀਕੇਸ਼ਨ ਦਿਓਗੇ ਔਰ ਇਹ ਸਾਬਤ ਕਰੋਗੇ ਕਿ ਤੁਹਾਡੀ ਜ਼ਿੰਦਗੀ ਨੂੰ ਖਤਰਾ ਹੈ, ਤੁਹਾਨੂੰ ਮਾਰ ਦਿੱਤਾ ਜਾਏਗਾ। ਜਿਹੜਾ ਤੁਹਾਡਾ ਹੋਮ ਕੰਟਰੀ ਹੈ, ਉੱਥੋਂ ਦੇ ਕਾਨੂੰਨ ਜਿਹੜੇ ਨੇ ਜਾਂ ਉੱਥੋਂ ਦੀਆਂ ਜਿਹੜੀਆਂ ਫੋਰਸ ਨੇ ਉਹ ਤੁਹਾਡੇ ਮਗਰ ਲੱਗੀਆਂ ਹੋਈਆਂ ਨੇ। ਫਿਰ ਜਾ ਕੇ ਜੱਜ ਜਿਹੜਾ ਹੈ ਉਹ ਤੁਹਾਡੀ ਪੋਲੀਟੀਕਲ ਅਸਾਈਲਮ ਅਸੈਪਟ ਕਰਦਾ, ਇੱਦਾਂ ਨਹੀਂ ਕਰਦਾ। ਉਹ ਪੁੱਛਦੇ ਨੇ ਕਿ ਲਿਆਓ ਕੋਈ ਤੁਹਾਡੀ ਕੋਈ ਮੈਡੀਕਲ ਰਿਪੋਰਟ ਹੈ ਜਿੱਥੇ ਤੁਹਾਨੂੰ ਟਾਰਚਰ ਕੀਤਾ ਗਿਆ ਹੋਵੇ, ਕੋਈ FIR ਹੈ ਜਿਹੜੀ ਤੁਹਾਡੇ ਅਗੇਂਸਟ ਕਿਸੇ ਥਾਣੇ ਦੇ ਵਿੱਚ ਕੱਟੀ ਗਈ ਹੋਵੇ, ਕੋਈ ਹੋਰ ਅਖਬਾਰ ਦੀ ਕੋਈ ਕਟਿੰਗ ਹੈ ਜਿਹਦੇ ਵਿੱਚ ਤੁਹਾਡੇ ਪ੍ਰਤੀ ਕੋਈ ਇਸ਼ਤਿਹਾਰ ਲੱਗਾ ਹੋਵੇ, ਤੁਹਾਨੂੰ ਕਿਤੇ ਭਗੌੜਾ ਕਰਾਰ ਦਿੱਤਾ ਗਿਆ ਹੋਵੇ। ਇਹ ਲਿਖ ਕੇ ਦੇਣਾ ਪੈਂਦਾ ਹੈ ਕਿ ਜੇ ਤੁਸੀਂ ਮੈਨੂੰ ਆਪਣੇ ਮੁਲਕ 'ਚ ਨਹੀਂ ਰੱਖੋਗੇ, ਕੱਢ ਦਿਓਗੇ, ਤੇ ਮੇਰੇ ਮੁਲਕ ਵਾਲੇ ਤਾਂ ਮੈਨੂੰ ਮਾਰ ਦੇਣਗੇ। ਹੁਣ ਆਪਾਂ ਸਾਰੇ ਗੁਰਦੁਆਰੇ ਆ ਕੇ ਕਹਿੰਦੇ ਆ ਮਹਾਰਾਜ ਤੁਹਾਡੀ ਸ਼ਰਨ ਆਏ ਆ, ਝੂਠ ਬੋਲਦੇ ਆ ਆਪਾਂ। ਸ਼ਰਨ ਨਹੀਂ ਆਏ, ਅਸੀਂ ਫਿਰਦੇ ਤੁਰਦੇ ਆਏ ਆ, ਅਸੀਂ ਫਿਰਦੇ ਤੁਰਦੇ ਆਏ ਆ, ਘਰੋਂ ਤੁਰੇ ਆ, ਇੱਕ ਮੱਥਾ ਉੱਥੇ ਟੇਕਿਆ, ਇੱਕ ਉੱਥੇ ਟੇਕਿਆ, ਇੱਕ ਉੱਥੇ ਟੇਕਿਆ, ਥੋੜੀ ਜਿਹੀ ਸਬਜ਼ੀ ਲਈ ਹੈ, ਥੋੜਾ ਜਿਹਾ ਕੋਈ ਚਾਟ ਪਾਪੜੀ ਖਾਧੀ ਹੈ, ਮੁੜ ਕੇ ਬੰਗਲਾ ਸਾਹਿਬ ਆ ਗਏ। ਹੁਣ ਇਹਨੂੰ ਕਹੀਏ ਜੀ ਸ਼ਰਨ ਆ ਗਏ ਆ ਜੀ, ਇਹ ਸ਼ਰਨ ਨਹੀਂ ਆਏ, ਤੇ ਫਿਰਦੇ ਤੁਰਦੇ ਆਏ ਆ। ਤੇ ਇਹੋ ਹੀ ਕਾਰਨ ਹੈ ਕਿ ਇੱਥੋਂ ਟੈਲੀਫੋਨ ਸੁਣਦੇ ਸੁਣਦੇ ਅਸੀਂ ਘਰ ਨੂੰ ਚਲੇ ਜਾਵਾਂਗੇ। ਜਿਸ ਦਿਨ ਅਸੀਂ ਇਹ ਗੱਲ ਆ ਕੇ ਮੰਨਾਂਗੇ ਕਿ ਹਮ ਅਵਗੁਣ ਭਰੇ,
एक गुण नाही, अमृत छाड़ बिखै बिख खाही, माया मोह भरम पै भूले, सुत दारा स्यो प्रीत लगाई, एक उत्तम पंथ सुनियो, गुर संगत तिह मिलंत जम त्रास मिटाई, एक अरदास भाट कीरत की, गुर रामदास राखो शरणाई। तो गुरु रख लेगा, की फर्क पैंदा है? किनू नहीं रखिया? कि द्रौपदी की लाज नहीं रखी रब ने? और साडे च बड़े लोग ने, बड़ियां उन्होंने हुजतां बहुत आउंदियां ने। कोई कहता जी गुरु कलगीधर पिता ने वो 2 कैदी छड़ा दिते सी, कोई कहता जी गुरु हरगोबिंद साहब ने ग्वालियर के किले चों कैदी छड़ा दिते सी। छड़ाए सी बई, झूठ तो नहीं हैगा। पर की वो जेड़े रुस्तम खां वर्गे छड़ाए सी, कि वो दुध विच पानी पा के बेचते हुंदे सी? हुण एक बंदा दुध च पानी पाउंदा पाउंदा फड़िया जाए, तिहाड़ जेल चला जाए, तो सोचे भी गुरु कलगीधर पिता घोड़े ते आउणगे मैनूं छडाउण लई। साडी हालत यही है। जिहड़े ग्वालियर के किले दे कैदी सीगे, वो सारे सियासी कैदी सी। वक्त दी हकूमत ने उन्होंने जबरी चुक के जेल सुट दिता सी। उहदे 2-3 कारण वड्डे सी। एक तो सी कि उन्होंने वक़्त के राजियां की ईन नहीं सी मनी। जे वक़्त के राजियां की ईन मन लैंदे, उन्होंने अपनियां धीआं सोहणियां जां भैणां सोहणियां दे डोले दे दिंदे, साले बन जाते तो ठीक रहिंदे। तुहानूं बड़े राजे मिलणगे हिंदुस्तान विच, जिहड़े इस तरह मुसलमानां दे रिश्तेदार बन के ते मुड़ के मौजां करदे रहे हो। ये दबी हुई एक जिहड़ी नीति है, ये अज भी लोकां विच हैगी है। इको लालच है कि मेरा परिवार अमरीका चल जाएगा, मेरा परिवार इंग्लैंड चल जाएगा, मेरा परिवार कनेडा चल जाएगा। ये नहीं पता कि जिहड़ी तू अपनी धी जां भैण दा रिश्ता करन लगा है, वो तेरा एक अंग है। बुढ़ियां नाल धीआं विआहियां जा रही ने, बस फैमिली प्रमोशन चाहिए है। 18-19 साल की कुड़ी 45-50 साल के बुढ़े नूं विआह के, हुण ये की है? ये वो राजपूतां वाला काम ही है। वो भी इदां ही करदे सी, पर ग्वालियर के किसी राजे ने यह नहीं सी कीता। जिहड़े ग्वालियर के किले दे विच 52 राजे सी, ना उन्होंने धीआं दे डोले दिते, ना अपनियां भैणां दे डोले दिते, ना उन्होंने ईन मनी वक़्त के हाकमां दी। देखो एक गल तो बड़ी क्लीयर है, जिहड़े मुगल बादशाह होए ने कि वो सिखां नूं मारना चाहुंदे सी? जां तुसीं दस दो कि मुगल बादशाह हिंदुआं नूं मारना चाहुंदे सी? ना, वो तो कहिंदे सी जिन्ने अपना जनेऊ ला दिओ, सुनत करा लो, गैत्री मंत्र छड्ड दिओ, टल खड़काउणे छड्ड दिओ, 5 वक़्त दे नमाजी हो जाओ। तुसीं एवें कोई कहता जी गंढा नहीं खाना जी, कोई कहता जी लसन नहीं खाना जी, इत्थे कलमा पढ़ पढ़ के रोज़ बकरे खाओ। वो तो कहते सी जियो, वो नहीं सी कहते मरो। वो सिर्फ तुहाडा धर्म तब्दील करना चाहुंदे सी, होर उन्हां की लेना सी किसी तो। मुगल हाकमां दी इक्को ही जिद सी भी असीं तुहाडा धर्म तब्दील करना है। उन्होंने किसी की जान लैके की करना सी? इसे करके गल मनी गई है ना। देखो जुल्म कदों तक है? जदों तक मैं जीउंदा मेरे ते जुल्म हो रहा है, पर जदों मेरा सिर कलम कर दिता गया फिर मेरे ते जुल्म नहीं है, फिर मैं शहीद हाँ और वो कातल है।
फिर चेता रखना कि शहीद की जो मौत है वो कौम की हजात है। इसे करके जो किसान मोर्चा लग्या, किसी ने सुसाइड कर लिया, किसी ने गोली मार ली, किसी ने फांसी ला ली। कल भी एक बच्ची आई है मेरे ख्याल पता नहीं शायद बॉम्बे तो वापस आई है, वो बड़ा बोलती है जाके उत्थे उन्हें भी कहा भी एक काम ना करो, तुहानू रब ने भी प्रवान नहीं करना, इन्हों मारन दो ना, इन्हों को मारो। कि छोटे छोटे बच्चे जेड़े सी पता सी ना कल नीहां च चिणिया जाना है तो चाहते तो राती सुसाइड कर लेंदे, की लोड़ सी नीहां चिणे जाने दी। गुरु तेग बहादुर साहब नूं भी पता सी कि सवेरे मेरा सिर जेड़ा है सीस मेरा कलम किया जाना है। उन्हें दस दिता है भी कल आ होना है जी, दसो तुहाडी की शर्त है। कहते साड़ी शर्त इन्नी भी असीं खूह तो जल लैके इशनान करना है, जपजी का पाठ करना है, तो मुड़ के तुसीं कर लो। शायद कदे एक गल नोट करियो जी, आ जिहड़े लोग जानवरां नूं मारदे ने ना, तुसीं वेखियो जानवर दी जिंदगी च लास्ट विच एक सैकंड ऐसा भी आउंदा है कि वह बिल्कुल जिंदगी के खौफ तो परे चला जाता है। कहता वड्ड मेरी तो हुण कुछ नहीं होने लगा। ये गल सानू समझण दी लोड़ है। वक्त दे हाकम तुहाडा धर्म बदलना चाहते ने, तुहानू मारना नहीं चाहते। तो जिहड़े लोग ईण मन गए, अपना धर्म बदल गए, वो जिउंदे रहे, पर उन्हां दा कदे ना शहीदां विच नहीं आएगा, सूरबीरां च नहीं आएगा, उन्हां दीयां वारां नहीं गाईआं जाणगीआं, उन्हां दा नां अरदासां विच कदे शामिल नहीं होएगा। उन्हां दी तवारीख कदे नहीं बनेगी, उन्हां दा इतिहास कोई नहीं लिखेगा। उन्हां दी वारां कोई क्यों गाएगा जी? कदे कायरां दियां भी कोई वारां गाउंदा हुंदा है? कदे उन्हां दा इतिहास ना कोई सुनदा हुंदा है, ते ना ही सुनने विच किसी नूं इंटरस्ट हुंदा है। तुसीं सुणाओगे भी वो कहोगे छड्ड परा, उहदा की सुनना है। किसी योधे महाबली सूरमे दी सुणाओ। दस बेनती कर रहा सी, शरण का अर्थ यह है कि तुसी ये साबित करो, तो जदों तुसी साबित कर दोगे तो गुरु नूं की फर्क पैंदा है? जे कश्मीरी पंडित शरण विच आए तो कि गुरु ने बांह नहीं पकड़ी? पकड़ी है। कली बांह ही नहीं पकड़ी, बांह जिन्हां दी पकड़ी है, सिर दीजै बाहा ना छोड़ी है। तेग बहादुर बोलिया धर पईए धर्म ना छोड़ी है। बाह पकड़ ली कृपा राम दी, नहीं छड़ी, पर शाबाश उस कृपा राम दे भी कि जे उसने आके कहा आनंदपुर साहब के गुरु तू साडा गुरु है, तो उन्हें चीटिंग नहीं सी की, धोखा नहीं सी कीता, छल नहीं सी कीता, फरेब नहीं सी कीता, वो वाकई सिख बन गया सी। फिर उन्हें 1699 की विसाखी नूं अमृत भी छकिया, कृपा राम तो कृपा सिंह भी बनया। तो कला कृपा सिंह बन के कड़ाह प्रसाद नहीं खाता रहा दुनी चंद वांग, फिर चमकौर की गढ़ी में आके अपनी शहादत भी दी। गल सिर्फ इन्नी है, जदों आपां गुरु दे हो जावांगे तो गुरु साडा हो जाएगा भाई। सतगुरु की बाणी दे विच ये जिहड़ा शब्द आउंदा है कि गुर मेरे संग सदा है नाले, अगली पंक्ति बड़ी भावपूरत है, सिमर सिमर तिस
सदा संभाले। सिमर सिमर तिस सदा संभाले। तू उन्हें याद तो कर। बच्चा एक बारी कहता मां, आवाज आती है मम्मी मां बीबी, बच्चा तो चुप कर गया। अगले पासे टेप रिकॉर्ड शुरू हो जाती है। हाँ मेरा पुत्र, कित्थों बोलदा मेरा पुत, कित्थे है पुत, मेरे पुत नूं भुख लगी होनी है, मेरे पुत ने की खाना है, मेरे पुत नूं नीनी आई होनी है। एक शब्द बोलिया बच्चे ने मां। अगले पासे मां जिहड़ी वो टेप रिकॉर्ड वांगू शुरू हुई, चुप ही नहीं करती। रब दा ते सिख दा इदां दा रिश्ता है, जिवें मावां नूं पुत्र प्यारे भगत प्यारे रब नूं। जिन्ना मां नूं पुत्र प्यारा है उन्ना ही भगत रब नूं प्यारा है। तो जिन्हां ने अरदास की कि महाराज असीं ते विछड़ गए हैं तेरे तो, 4 कुंटां भी फिर आए हैं, 10 दिशावां भी घुम आए हैं, 4 कुंट इन्हां 4 कुंटां दे विचों 10 दिशावां चों फिर के आए हैं। किरत कर्म के विछड़े कर कृपा मेलो राम, 4 कुंट दै दिश भ्रमे थक आए प्रभ की शाम। हुण तुहाडी शरण आ गए हैं। हाँ जी। वाहेगुरु साहिब जी। फल गुण आनंद उपार जना, हर सज्जन प्रगटे आए। जिसने अरदास की सी जग्यासू ने, इस ग्रांद उन्हां दी है, साडी नहीं है। साडा तो मैं फिर बेनती करा आवागमन ही है। इधरों घूमते घूमते इधरों मत्था टेकिया तो एनू चले गए। पर जिहड़े किरत कर्म के विछड़े कर कृपा मेलो राम, अरदास करके तुरे सी चेत्र महीने तो, क्योंकि 12वां महीना है, आखिरी महीना है। अगले साल तो नवा महीना शुरू होएगा। उन्होंने गुरु ने आख्या सी भी आ फिर मैं तेनों दसदा, चेत गोविंद आराधी है होवे आनंद घना। आ चित्र का महीना शुरू होने लगा है, तू गुरु दे गुण गाने शुरू कर, गोबिंद दे गुण गा, बड़ा आनंद बनेगा। किवें गाइए, कित्थों गाइए। सतगुरु ने फिर अगला रस्ता भी दसिया कि संत जना मिल पाई है रसना नाम भना। रब दे प्यारियां नूं मिली, वो तेनों जुगती दस देणगे। मैं सवेरे भी बेनती की सी, फिर बेनती करा, सिख धर्म च किसी संत नूं राइट नहीं है जिन्ना मर्जी अपने आप नूं सो काल लो, पूर्ण संत कवे, पूर्ण ब्रह्म ज्ञानी कवे, वो श्री मान 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 जो मर्जी कवे अपने आप नूं, वो तुहानूं नाम दृढ़ करा सकदा है, तुहानूं नाम नहीं दे सकदा। नाम दा दाता जिहड़ा है वो सिख धर्म दे विच सिर्फ केवल ते केवल ये अधिकार 5 प्यारियां कोले है। ये मूल मंत्र ते गुर मंत्र सिख धर्म सिर्फ 5 प्यारे दे सकते हैं। किसी कल्ले कारे बंदे नूं कोई राइट नहीं है। कि मेरे वर्गे कोल भी आ जाते हैं, ज्ञानी जी शब्द दे दिओ। शब्द देने का अर्थ ये नहीं कि शब्द मैं उचार लिया तो हुणे बाणी मेरी हो गई है। बाणी गुरु दी है। कोई तुहानूं प्रेरणा कर सकता है भी तुसीं जपजी पढ़ो जी, सुखमणी पढ़ो जी, तुहानूं कोई प्रेरणा कर सकता है। कोई अपनी बाणी उचार के नहीं, कोई अपना नाम नहीं दे सकता। तो जेड़े तुरे सी चेतर तो, फलगुण का महीना आ गया, 12वां आ गया, मंजिल ते पहुंचण का समा आ गया, क्योंकि यात्रा ही 12 महीनों की है। 1 साल का सफ़र है सारा। हुण इहदे विच की है
ਕਿ ਫਲਗੁਣ ਆਨੰਦ ਉਪਾਰਜਣਾ, ਜਿਹੜਾ ਗੁਰੂ ਜੀ ਨੇ ਕਿਹਾ ਸੀ ਨਾ ਕਿ ਚੇਤ ਗੋਵਿੰਦ ਆਰਾਧੀਏ ਹੋਵੇ ਆਨੰਦ ਕਣਾ, ਆਨੰਦ ਹੋ ਗਿਆ। ਇੱਥੇ ਖੁਦ ਤੁਸੀਂ ਮੰਨੋਗੇ ਕਿ ਫਲਗੁਣ ਦਾ ਮਹੀਨਾ ਆਇਆ ਹੈ, ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ, ਕਿਉਂਕਿ ਹਰੀ ਸੱਜਣ ਹਿਰਦੇ ਰੂਪੀ ਘਰ ਵਿੱਚ ਪ੍ਰਗਟ ਹੋ ਗਿਆ। ਔਰ ਇਹ ਗੱਲ ਪੱਲੇ ਬੰਨ ਲਓ, ਸੱਜਣ ਕੇਵਲ ਤੇ ਕੇਵਲ ਹਰੀ ਹੈ, ਕੋਈ ਸੱਜਣ ਨਹੀਂ ਹੈ। ਸੱਜਣ ਸਿਰਫ ਸੱਜਣ ਸੱਚਾ ਪਾਤਸ਼ਾਹ, ਬਾਕੀ ਕੌਣ ਨੇ ਜੀ? ਬਾਕੀ ਤਾਂ ਭਾਈ ਖਾਣ ਪੀਣ ਵਾਲੇ ਨੇ। ਇਹ ਸੰਸਾਰੇ ਕੇ ਕੁਟੰਬ ਜੋ ਮਿੱਤਰ ਭਾਈ ਦੀਸੇ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ। ਇਹ ਆਪਣੇ ਸਵਾਰਥ ਵਿੱਚ ਤੁਹਾਨੂੰ ਮਿਲੇ ਹੋਏ ਲੋਕ ਨੇ। ਕਿਸੇ ਦਾ ਤੁਹਾਡੇ ਕੋਲੋਂ ਕੋਈ ਕੰਮ ਹੋ ਰਿਹਾ, ਕਿਸੇ ਦਾ ਤੁਹਾਡੇ ਕੋਲੋਂ ਕੋਈ ਕੰਮ ਹੋ ਰਿਹਾ ਹੈ, ਤੇ ਲੋਕ ਤੁਹਾਡੇ ਕੋਲ ਨੇ। ਜੇ ਮੇਰੀ ਗੱਲ ਤੇ ਨਾ ਵਿਸ਼ਵਾਸ ਹੋਵੇ ਤੇ ਕਿਸੇ ਹਾਰੇ ਹੋਏ MLA ਦੇ ਕੋਲ, MP ਦੇ ਕੋਲ, ਕਿਸੇ ਮਿਨਿਸਟਰ ਦੇ ਕੋਲ, ਜਾਂ ਕਿਸੇ ਮੁੱਖ ਮੰਤਰੀ ਕੋਲੇ ਚਲੇ ਜਾਓ ਜਿਹਦੀ ਸਰਕਾਰ ਪਿਛਲੇ 10 ਸਾਲਾਂ ਤੋਂ ਨਾ ਬਣੀ ਹੋਵੇ, ਤੇ ਉਹਨਾਂ ਨੂੰ ਪੁੱਛੋ ਵੀ CM ਸਾਹਿਬ ਰੌਣਕਾਂ, ਉਹ ਕਹੂਗਾ ਉਹ ਕੁਰਸੀ ਦੇ ਨਾਲ ਹੀ ਚਲੀਆਂ ਗਈਆਂ। ਇਹ ਰੌਣਕਾਂ ਕੁਰਸੀ ਦੇ ਨਾਲ ਹੀ ਚਲੀਆਂ ਗਈਆਂ ਕਿ ਲੋਕ ਗਰਜਾਂ ਨਾਲ ਜੁੜੇ ਹੁੰਦੇ ਨੇ, ਤੁਹਾਡੇ ਨਾਲ ਕੋਈ ਨਹੀਂ ਜੁੜਿਆ ਹੋਇਆ। ਜਦੋਂ ਹਰੀ ਸੱਜਣ ਹਿਰਦੇ ਰੂਪੀ ਘਰ ਵਿੱਚ ਪ੍ਰਗਟ ਹੋਏਗਾ ਤੇ ਫਿਰ ਤਾਂ ਭਾਈ ਆਨੰਦ ਹੀ ਆਨੰਦ ਹੈ। ਰੱਬ ਹੀ ਆਨੰਦ ਦਾ ਦਾਤਾ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਗੁਰੂ ਤੋਂ ਬਗੈਰ ਤੇ ਆਨੰਦ ਦੀ ਪਰਿਭਾਸ਼ਾ ਹੀ ਨਹੀਂ ਪਤਾ। ਹੁਣ ਮੇਰੇ ਵਰਗਾ ਚਾਟ ਪਾਪੜੀ ਖਾ ਕੇ ਕਹੂਗਾ ਆਹਾ ਆਨੰਦ ਆ ਗਿਆ। ਪੁੱਛੋ ਕਿੰਨੇ ਘੰਟਿਆਂ ਦਾ ਹੈ? ਕਿਸੇ ਨੇ ਪਨੀਰ ਦੇ ਪਕੌੜੇ ਖਾ ਲਏ, ਆਨੰਦ ਆ ਗਿਆ ਜੀ। ਕਿਸੇ ਨੇ ਆਈਸਕ੍ਰੀਮ ਖਾ ਲਈ, ਕਹਿੰਦਾ ਜੀ ਆਨੰਦ ਆ ਗਿਆ ਜੀ। ਪੁੱਛੋ ਕਿੰਨੇ ਘੰਟਿਆਂ ਦੀ ਹੈ? ਕਿਸੇ ਨੇ ਰੋਟੀ ਖਾ ਲਈ, ਉੱਠੇ ਟੇਬਲ ਤੋਂ, ਆਹਾ ਆਨੰਦ ਆ ਗਿਆ। ਉਹ ਆਨੰਦ 6 ਘੰਟਿਆਂ ਦਾ ਵੀ ਨਹੀਂ ਹੈ। 6 ਘੰਟਿਆਂ ਬਾਅਦ ਫੇਰ ਢਾਬਾ ਲੱਭਣਾ ਤੂੰ ਰੋਟੀ ਵਾਲਾ, ਫਿਰ ਡਾਈਨਿੰਗ ਟੇਬਲ ਲੱਭਦਾ ਫਿਰੇਗਾ। ਆਨੰਦ ਇਹਨੂੰ ਨਹੀਂ ਕਹਿੰਦੇ, ਇਹ ਅਧੂਰਾ ਗਿਆਨ ਹੈ, ਇਹ ਉਧਾਰਾ ਗਿਆਨ ਹੈ। ਇਹ ਕਿਸੇ ਦੀ ਡਿਕਸ਼ਨਰੀ ਚੋਂ ਚੁੱਕ ਕੇ ਸ਼ਬਦ ਬੋਲਿਆ ਜਾ ਰਿਹਾ ਹੈ। ਜਿਵੇਂ ਆਪਾਂ ਇੱਕ ਦੂਜੇ ਨੂੰ ਕਹੀ ਜਾਂਦੇ ਹਾਂ ਚੜ੍ਹਦੀ ਕਲਾ ਹੈ ਜੀ। ਪੁੱਛੋ ਵੀ ਚੜ੍ਹਦੀ ਕਲਾ ਦਾ ਤੈਨੂੰ ਅਰਥ ਆਉਂਦੇ ਨੇ? ਨਾ। ਬੜੀ ਪੁਰਾਣੀ ਗੱਲ ਹੈ। 5 ਪਿਆਰੇ ਜਿੱਥੋਂ ਮੈਂ ਵਿਦਿਆ ਪੜ੍ਹੀ ਹੈ, ਉੱਥੋਂ ਫਗਵਾੜੇ ਦੇ ਕੋਲ ਇੱਕ ਪਿੰਡ ਵਿੱਚ ਅੰਮ੍ਰਿਤ ਸੰਚਾਰ ਕਰਨ ਗਏ। ਅੰਮ੍ਰਿਤ ਸੰਚਾਰ ਹੋ ਗਿਆ। ਹੁਣ ਜਿਸ ਘਰ ਦੇ ਵਿੱਚ ਉਹਨਾਂ ਦਾ ਪ੍ਰਸ਼ਾਦਾ ਸੀ, ਹੁਣ ਉਹਨਾਂ ਨੇ ਪ੍ਰਸ਼ਾਦਾ ਛਕਿਆ ਉੱਥੇ, ਤੇ ਇੱਕ ਸਿੰਘ ਕਹਿੰਦਾ ਹੈ ਵੀ ਸਿਰ ਜੋੜ ਹੈਗਾ, ਤੁਹਾਡਾ ਪ੍ਰਸ਼ਾਦਾ ਛਕਾ ਰਿਹਾ ਸੀ, ਕਹਿੰਦਾ ਜੀ ਹੈਗਾ ਜੀ। ਹੁਣ ਉਹ ਗਿਆ ਰਸੋਈ 'ਚ, ਕਹਿੰਦਾ ਸਿਰ ਜੋੜ ਹੈਗਾ। ਉਹ ਜਨਾਨੀਆਂ ਕਹਿੰਦੀਆਂ ਵੀ ਅਸੀਂ ਤੇ ਨਾਂ ਹੀ ਨਹੀਂ ਸੁਣਿਆ ਕਦੇ। ਹੁਣ ਉਹਨੇ ਰਾਹ ਕੱਢਿਆ, ਕਿਉਂਕਿ ਸਾਡੀ ਇੱਜ਼ਤ ਦਾਅ ਤੇ ਲੱਗ ਜਾਂਦੀ ਬੜੀ ਛੇਤੀ। ਉਹ ਵਾਪਸ ਆ ਕੇ ਕਹਿੰਦਾ ਵੀ ਹੈਗਾ ਤੇ ਸੀ ਜੀ, ਪਰ ਮੁੱਕ ਗਿਆ। ਤੇ ਹੁਣ ਉਹਨਾਂ ਚੋਂ ਕਿਸੇ ਨੇ ਕਹਿਤਾ ਵੀ ਗੁੜ ਨਹੀਂ ਹੈਗਾ ਤੁਹਾਡੇ ਘਰ? ਲੈ, ਕਹਿੰਦਾ ਗੁੜ ਦੇ ਤੇ ਘੜੇ ਭਰੇ ਪਏ ਨੇ। ਤੇ ਕਹਿੰਦੇ ਗੁੜ ਨੂੰ ਹੀ ਸਿਰ ਜੋੜ ਕਹਿੰਦੇ, ਹੋਰ ਕਿਹਨੂੰ ਕਹਿੰਦੇ ਨੇ? ਸਾਡੀ ਜਿਹੜੀ ਸ਼ਬਦਾਂ ਦੀ, ਜਿਹੜੀ ਸਾਡੀ ਗਿਆਨ ਦੀ ਪਕੜ ਜਿਹੜੀ ਹੈ, ਕੁਛ ਵੀ ਨਹੀਂ ਹੈਗੀ, ਪਤਾ ਹੀ ਨਹੀਂ ਸਾਨੂੰ। ਚੜ੍ਹਦੀ ਕਲਾ ਹੈ ਜੀ। ਪੁੱਛੋ ਵੀ ਚੜ੍ਹਦੀ ਕਲਾ ਕਿਹਨੂੰ ਕਹਿੰਦੇ ਨੇ? ਪਤਾ ਤੈਨੂੰ ਕਿਹਨੂੰ ਕਹਿੰਦੇ ਨੇ ਚੜ੍ਹਦੀ ਕਲਾ? ਆਨੰਦ ਹੈ ਜੀ। ਤੈਨੂੰ ਪਤਾ ਆਨੰਦ ਕਿਹਨੂੰ ਕਹਿੰਦੇ ਨੇ? ਨਹੀਂ ਪਤਾ। ਜਦੋਂ ਪਰਮਾਤਮਾ ਮਿਲਦਾ ਹੈ ਤੇ ਆਨੰਦ ਹੁੰਦਾ ਹੈ। ਤੇ ਹੋਇਆ ਕਿਵੇਂ ਹੈ? ਇਹ ਤੇ ਸੰਤਾਂ ਨੇ ਕਿਰਪਾ ਕੀਤੀ ਹੈ, ਰੱਬ ਦੇ ਪਿਆਰਿਆਂ ਨੇ ਕਿਰਪਾ ਕੀਤੀ ਹੈ। ਹਾਂਜੀ। संत सहाय राम के
ਕਰ ਕਿਰਪਾ ਦਿਆ ਮਿਲਾਏ। ਉਹਨਾਂ ਸੰਤਾਂ ਨੇ ਸਹਾਇਤਾ ਕੀਤੀ ਹੈ ਜਿਹੜੇ ਆਪ ਸਿਮਰਦੇ ਸੀ। ਸੰਤ ਜਿਹੜਾ ਰੱਬ ਦਾ ਸਿਮਰਨ ਕਰੇ ਉਹਨੂੰ ਕਹਿੰਦੇ ਨੇ, ਜਿਹੜਾ ਰੱਬ ਦਾ ਭਗਤ ਹੋਵੇ ਉਹਨੂੰ ਕਹਿੰਦੇ ਨੇ। ਜਿਨ੍ਹਾਂ ਸੰਤਾਂ ਨੇ ਨਾਮ ਸਿਮਰਨ ਦੀ ਜੁਗਤੀ ਦੱਸੀ ਸੀ ਉਹਨਾਂ ਦੀ ਕਿਰਪਾ ਹੋ ਗਈ ਕਿ ਪਰਮਾਤਮਾ ਮਿਲ ਗਿਆ। ਪਰਮਾਤਮਾ ਮਿਲ ਗਿਆ ਤੇ ਆਨੰਦ ਹੀ ਆਨੰਦ ਹੈ ਹੀ ਆਨੰਦ ਇਸੇ ਗੱਲ ਵਿੱਚ ਹੈ। ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ। ਹਾਂਜੀ। ਸੇਜ ਸੁਹਾਵੇ ਸਰਬ ਸੁਖ ਹੁਣ ਦੁਖਾ ਨਾਹੀ ਜਾਏ। ਸੇਜ ਸੋਹਣੀ ਹੋ ਗਈ, ਸਾਰੇ ਸੁੱਖ ਆ ਗਏ, ਹੁਣ ਦੁੱਖਾਂ ਨੂੰ ਘਰ ਵਿੱਚ ਥਾਂ ਨਹੀਂ ਬਚੀ। ਨਾ ਸਮਝੋ ਕਿਲ ਵੇਖੋ ਕਰਤਾ ਘਰ ਆਇਆ। ਜਦੋਂ ਮਾਲਕ ਘਰ ਆ ਜਾਏ, ਦੇਖੋ ਨਾ, ਅਸੀਂ ਇਹ ਮੁਹਾਵਰੇ ਸੁਣੇ ਹੋਏ ਨੇ, ਕਹਿੰਦੇ ਉਜੜੇ ਬਾਗ ਤੇ ਗਾਲੜ ਪਟਵਾਰੀ। ਉਜੜੇ ਘਰਾਂ 'ਚ ਕਬੂਤਰਾਂ ਦੇ ਆਲਣੇ ਹੁੰਦੇ ਨੇ, ਵਸਦੇ ਘਰਾਂ 'ਚ ਨਹੀਂ ਹੁੰਦੇ। ਹੁੰਦੇ ਹੀ ਨਹੀਂ। ਉਜੜੇ ਘਰਾਂ 'ਚ ਹੀ ਹੁੰਦੇ ਨੇ ਸਭ ਕੁਝ। ਹੁਣ ਜਿਸ ਘਰ ਵਿੱਚ ਰੱਬ ਨਹੀਂ ਹੈ ਤੇ ਉੱਥੇ ਦੁੱਖ ਨਹੀਂ ਹੋਣਗੇ ਤੇ ਹੋਰ ਕੀ ਹੋਏਗਾ। ਤੇ ਜਿੱਥੇ ਰੱਬ ਆ ਗਿਆ ਉੱਥੇ ਸੁੱਖ ਹੋਣ ਨਹੀਂ ਹੋਣਗੇ ਤੇ ਹੋਰ ਕੀ ਹੋਏਗਾ। ਸਾਰੇ ਸੁੱਖ ਰੱਬ ਨਾਲ ਹੀ ਨੇ। ਤੇ ਜਦੋਂ ਰੱਬ ਆ ਗਿਆ, ਸੁੱਖ ਆ ਗਿਆ, ਸਤਿਗੁਰੂ ਕਹਿੰਦੇ ਦੁੱਖਾਂ ਵਾਸਤੇ ਥਾਂ ਹੀ ਨਹੀਂ ਬਚੀ। ਹੁਣ ਦੁੱਖਾਂ ਨਾਹੀ ਜਾਏ। ਜਾਏ ਦਾ ਅਰਥ ਇੱਥੇ ਥਾਂ ਤੋਂ ਹੈ, ਜਗ੍ਹਾ ਹੀ ਨਹੀਂ ਬਚੀ ਉਹਨਾਂ ਵਾਸਤੇ। ਹਾਂਜੀ। ਇਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ। ਇੱਛਾ ਪੂਰੀ ਹੋ ਗਈ ਵੱਡੇ ਭਾਗਾਂ ਵਾਲੀ ਦੀ, ਉਸ ਆਤਮਾ ਦੀ, ਉਸ ਜਗਿਆਸੂ ਭੈਣ ਦੀ ਜਿਹਨੇ ਕਦੇ 12 ਮਹੀਨੇ ਪਹਿਲਾਂ ਹੱਥ ਜੋੜੇ ਸਨ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਉਹਦੀ ਇੱਛਾ ਪੂਰੀ ਹੋ ਗਈ। ਅੱਜ ਜਿੰਨੇ ਮੱਥਾ ਟੇਕ ਕੇ ਬਾਹਰ ਨਿਕਲ ਰਹੇ, ਕਿਸੇ ਨੂੰ ਪੁੱਛੋ ਵੀ ਤੁਹਾਡੀ ਕੋਈ ਇੱਛਾ ਪੂਰੀ ਹੋਈ ਹੈ? ਕਈ ਤੇ ਕਹਿਣਗੇ ਜੀ ਸਾਨੂੰ ਇਹ ਨਹੀਂ ਪਤਾ, ਇੱਛਾ ਅਜੇ ਤੱਕ ਕੋਈ ਕੀਤੀ ਨਹੀਂ ਤੇ ਮੱਥਾ ਟੇਕਣ ਆਏ ਆ। ਉਹਨਾਂ ਦੀ ਇੱਛਾ ਹੈ ਹੀ ਨਹੀਂ, ਉੱਦਾਂ ਹੀ ਆ ਗਏ ਨੇ, ਘੁੰਮਦੇ ਫਿਰਦੇ ਹੀ ਆ ਗਏ ਨੇ। ਪਰ ਜਿਹਨੇ 12 ਮਹੀਨੇ ਪਹਿਲਾਂ ਹੱਥ ਜੋੜੇ ਸਨ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਉਹਨਾਂ ਦੀ ਇੱਛਾ ਪੂਰੀ ਹੋ ਗਈ। ਇੱਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਪਤੀ ਮਿਲ ਗਿਆ, ਕੌਣ? ਪਰਮਾਤਮਾ। ਹਾਂਜੀ। ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਹੁਣ ਸਈਆਂ ਜਿਹੜੀਆਂ ਨੇ, ਸਹੇਲੀਆਂ ਜਿਹੜੀਆਂ ਨੇ, ਮਿਲ ਕੇ ਰੱਬ ਦੇ ਗੀਤ ਗਾਉਂਦੀਆਂ ਨੇ। ਹਾਂਜੀ। ਹਰ ਜਿਹਾ ਅਵਰ ਨਾ ਦਿਸੈ ਕੋਈ ਦੂਜਾ ਲਵੇ ਨ ਲਾਏ। ਜਗਿਆਸੂ ਜਾਂ ਜੀਵ ਆਤਮਾ ਦੀਆਂ ਸਹੇਲੀਆਂ ਬੀਬੀਆਂ ਨਹੀਂ ਹੁੰਦੀਆਂ, ਭੈਣਾਂ ਨਹੀਂ ਹੁੰਦੀਆਂ, ਗਿਆਨ ਇੰਦਰੀ ਹੁੰਦੇ ਨੇ। ਇਹ ਅੱਖਾਂ ਤੁਹਾਡੀਆਂ ਸਹੇਲੀਆਂ ਨੇ, ਕੰਨ ਤੁਹਾਡੀਆਂ ਸਹੇਲੀਆਂ ਨੇ। ਇਹ 9 ਗਿਆਨ ਇੰਦਰੇ ਜਿਹੜੇ ਤੁਹਾਨੂੰ ਬਾਹਰ ਦੀ ਜਾਣਕਾਰੀ ਦਿੰਦੇ ਨੇ। ਇਹ ਠੀਕ ਹੈ, ਤੁਹਾਨੂੰ ਭਟਕਾਉਂਦੇ ਵੀ ਨੇ ਪਰ ਤੁਹਾਡੀ ਮਦਦ ਵੀ ਬਹੁਤ ਕਰਦੇ ਨੇ। ਅਗਰ ਗੁਰਬਾਣੀ ਸੁਣਨੀ ਹੋਵੇ ਤੇ ਕੰਨਾਂ ਨਾਲ ਹੀ ਸੁਣਨੀ ਪੈਗੀ। ਦਰਸ਼ਨ ਕਰਨੇ ਹੋਣਗੇ ਤਾਂ ਅੱਖਾਂ ਨਾਲ ਹੀ ਹੋਣਗੇ, ਹੋਰ ਕੋਈ ਤਰੀਕਾ ਨਹੀਂ ਹੈਗਾ। ਹਾਂਜੀ। ਹਲਤ ਪਲਤ ਸਵਾਰਿਓਨ ਨਿਹਚਲ ਦਿੱਤਿਆਨ ਜਾਏ। ਲੋਕ ਪਰਲੋਕ ਸਵਰ ਗਿਆ। ਥਾਂ ਉਹ ਮਿਲ ਗਈ ਜਿਹੜੀ ਹੁਣ ਕਦੇ ਬਿਨਸਣੀ ਨਹੀਂ। ਉਹ ਥਾਂ ਮਿਲ ਗਈ ਜਿਹੜੀ ਕਦੇ ਗੁਆਚਣੀ ਨਹੀਂ। ਸਦੀਵੀ ਟਿਕਾਣਾ ਮਿਲ ਗਿਆ ਰੱਬ ਦੇ ਘਰ ਵਿੱਚ। ਸੰਸਾਰ ਸਾਗਰ ਤੇ ਰੱਖਿਆਨ ਬਹੁੜ ਨ ਜਨਮੈ ਧਾਏ। ਗੁਰੂ ਨੇ ਕਿਰਪਾ ਕਰ ਦਿੱਤੀ, ਸੰਸਾਰ ਸਮੁੰਦਰ ਤੋਂ ਬਚ ਗਏ। ਜਨਮਾਂ ਦੀ ਦੌੜ ਖਤਮ ਹੋ ਗਈ, ਕਿਉਂਕਿ ਜਨਮਾਂ ਦੀ ਦੌੜ ਕਿੰਨੀ ਹੈ? ਭਾਈ 84 ਲੱਖ ਜੂਨਾਂ ਦੀ ਹੈ।
ਇੱਕ ਮੁੱਕੇਗੀ ਦੂਜੀ ਸ਼ੁਰੂ ਹੋ ਜਾਏਗੀ, ਦੂਜੀ ਮੁੱਕੇਗੀ ਤੀਜੀ ਸ਼ੁਰੂ ਹੋ ਜਾਏਗੀ, ਤੀਜੀ ਮੁੱਕੇਗੀ ਚੌਥੀ ਸ਼ੁਰੂ ਹੋ ਜਾਏਗੀ। ਫਿਰ ਬਹੁੜ ਨਾ ਜਨਮੇ ਧਾਏ, ਧਾਏ ਦਾ ਅਰਥ ਹੁੰਦਾ ਹੈ ਦੌੜਨਾ। ਜਨਮਾਂ ਦਾ ਧੌਣਾ ਦੌੜਨਾ ਮੁੱਕ ਜਾਏਗਾ। ਹਾਂਜੀ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਬੰਦਿਆ ਤੇਰੀ ਇੱਕ ਜੀਭਾ ਹੈ, ਰੱਬ ਦੇ ਗੁਣ ਅਨੇਕ ਨੇ, ਤੂੰ ਗਾ ਕੇ ਪੂਰਾ ਨਹੀਂ ਆ ਸਕਦਾ। ਹੁਣ ਕਈਆਂ ਨੇ ਸੁਣ ਲਿਆ ਵੀ ਰੱਬ ਦੇ ਗੁਣ ਗਾਉਣੇ ਚਾਹੀਦੇ ਨੇ, ਉਹ ਇਸੇ ਚੱਕਰ 'ਚ ਹੀ ਪੈ ਗਏ ਵੀ ਅਸੀਂ ਤੇ ਗੁਣ ਗਾ ਕੇ ਹੀ ਰੱਬ ਨੂੰ ਪਾ ਲਾਂਗੇ। ਨਹੀਂ, ਤਰੇ ਨਾਨਕ ਚਰਣੀ ਪਾਏ। ਗੁਣ ਗਾ ਕੇ ਨਹੀਂ, ਚਰਨ ਫੜ ਕੇ ਤਰਿਆ ਜਾ ਸਕਦਾ। ਕੱਲੇ ਗੁਣ ਗਾ ਕੇ ਨਹੀਂ, ਚਰਨ ਪਕੜ ਕੇ, ਸੇਵਾ ਕਰਕੇ, ਚਰਨਾਂ ਵਿੱਚ ਬੈਠ ਕੇ, ਚਰਨਾਂ ਤੇ ਸਿਰ ਰੱਖ ਕੇ ਜੋ ਪ੍ਰਾਪਤ ਹੋ ਸਕਦਾ ਹੈ, ਉਹਦੇ ਵਰਗੀ ਸਿੱਧੀ ਹੋਰ ਕਿਤੇ ਨਹੀਂ ਹੈਗੀ। ਇਸ ਕਰਕੇ ਗੁਰੂ ਦੇ ਚਰਨਾਂ ਵਿੱਚ ਬੈਠੋ ਆ ਕੇ। ਇੱਥੇ ਉਹਦਾ ਨਾਂ ਲੈ ਕੇ ਅਸੀਂ ਕਹਿਤਾ ਜੀ ਮੈਂ ਤੇ 1 ਲੱਖ ਪਾਠ ਕੀਤਾ ਜੀ, ਜੇ ਦੂਜੇ ਪਾਸੇ ਤੁਰੇ ਅਸੀਂ ਤੇ 100 ਆਟਾ ਦਾਨ ਕੀਤਾ ਜੀ। ਪਰ ਜਿਹੜਾ ਆਦਮੀ ਪੈਰ ਫੜ ਕੇ ਬੈਠਾ ਹੋਵੇ ਉਹ ਕੀ ਕਵੇਗਾ? ਮੈਂ ਨਾ ਕਿਸੇ ਬੰਦੇ ਬਾਰੇ ਸੋਚਦਾ ਸੀ ਜੋ ਨਵਾਂ ਨਵਾਂ ਆਇਆ, ਬੜੀ ਉਹਦੀ ਜੈ ਜੈਕਾਰ ਹੁੰਦੀ ਸੀ। ਕਹਿਣਾ ਜੀ ਜੀਵਨ ਬੜਾ ਹੈ ਜੀ। ਤੇ ਇੱਕ ਦਿਨ, ਹਾਲਾਂਕਿ ਮੇਰੀ ਤੇ ਗਲਤੀ ਸੀ, ਮੈਂ ਤੇ ਇਦਾਂ ਹੀ ਬੂਹਾ ਖੋਲਿਆ ਅੰਦਰ ਵੜ ਗਿਆ। ਅੰਦਰ ਵੜਿਆ ਤੇ ਕੀ ਵੇਖਿਆ? ਬੰਦਾ ਬੰਦੇ ਦੇ ਪੈਰਾਂ 'ਚ ਬੈਠਾ, ਪ੍ਰੈਕਟੀਕਲੀ ਬੈਠਾ ਹੀ ਨਹੀਂ, ਉਹਨੇ ਪੈਰ ਫੜੇ ਹੋਏ। ਸੇਮ ਇਸੇ ਤਰ੍ਹਾਂ ਇੱਕ ਵਾਰੀ ਪਟਿਆਲੇ ਵੇਖਿਆ ਮੈਂ, ਬੜਾ ਉੱਥੋਂ ਦਾ SSP ਖਰਾਟ ਮੰਨਿਆ ਜਾਂਦਾ ਸੀ। ਅਮਰੀਕਾ ਤੋਂ ਦਰਸ਼ਨ ਸਿੰਘ ਧਾਲੀਵਾਲ ਹੋਰੀ ਆਏ ਸੀ, ਮੇਰੇ ਮਿੱਤਰ ਨੇ, ਮੈਂ ਮਿਲਣ ਚਲਾ ਗਿਆ ਉਹਨਾਂ ਨੂੰ। ਮੈਨੂੰ ਕਿਹਾ ਵੀ ਉਹਨਾਂ ਦੇ ਪੀਏ ਨੇ ਵੀ ਬਹਿ ਜਾਓ, ਤੁਹਾਨੂੰ ਅੰਦਰ ਬੁਲਾ ਰਹੇ ਨੇ, ਬਹਿ ਜਾਓ। ਤੇ ਮੈਨੂੰ ਸੀ ਵੀ ਮੈਨੂੰ ਤੇਰੀ ਪਰਮਿਸ਼ਨ ਦੀ ਲੋੜ ਹੈ। ਮੈਂ ਬੂਹਾ ਖੋਲਿਆ, ਉਹਦਾ ਨਾਂ ਸੀ SSP ਅਸਥਾਨਾ। ਉਹ ਸੋਫੇ ਦੇ ਵਿੱਚ ਪੈਰਾਂ 'ਚ ਬੈਠਾ, ਉਹ ਸਰਦਾਰ ਜੀ ਦੇ, ਤੇ ਦੋਵੇਂ ਪੈਰ ਉਹਨੇ ਫੜੇ ਹੋਏ। ਉਹ ਕਹਿੰਦੇ ਬਦਲੀ ਬਦਲੀ ਹੁੰਦੀ ਹੋਣੀ ਹੈ। ਤਾਂ ਕਹਿੰਦੇ ਸਾਹ ਜੀ ਤੁਸੀਂ CM ਸਾਹਿਬ ਨੂੰ ਕਹਿ ਦਿਓ ਮੇਰੀ ਬਦਲੀ ਰੁਕ ਜੂਗੀ। ਵੇਖੋ, ਤੁਸੀਂ ਬਾਣੀ ਪੜ੍ਹਦੇ ਹੋ ਤੇ ਤੁਸੀਂ ਕਹਿ ਸਕਦੇ ਹੋ ਮੈਂ ਤੇ ਪਾਠ ਕਰਦਾ ਜੀ, ਪਰ ਜਦੋਂ ਪੈਰ ਫੜ ਲਿਓ ਕੀ ਕਹੋਗੇ? ਕੀ ਕਰਦਾ ਮੈਂ? ਬਾਣੀ ਪੜ੍ਹਨ ਦਾ ਵੀ ਹੰਕਾਰ ਹੈ। ਮੈਂ ਤੇ 2 ਨਿਤਨੇਮ ਕਰਦਾ ਜੀ, ਮੈਂ ਤੇ 5 ਸੁਖਮਨੀ ਦੇ ਪਾਠ ਕਰਦਾ ਜੀ, ਮੈਂ ਤੇ ਮਹੀਨੇ 'ਚ ਸਹਿਜ ਪਾਠ ਦਾ ਭੋਗ ਪਾ ਲੈਣਾ ਜੀ। ਕਿਤੇ ਈਗੋ ਹੈ ਨਾ, ਥੋੜੀ ਬਹੁਤੀ ਬਚੀ ਹੈ ਜੀ। ਤੇ ਜੇ ਕੋਈ ਵੇਖ ਲਵੇ ਵੀ ਇਹ ਤੇ ਸਵੇਰੇ ਸ਼ਾਮੀ ਪੈਰ ਫੜ ਕੇ ਰੋਟੀ ਖਾਂਦਾ ਹੈ, ਫਿਰ ਉੱਥੇ ਤੁਹਾਡੀ ਈਗੋ ਕੋਈ ਨਹੀਂ ਹੈ। ਹਾਂ, ਇੱਕ ਗੱਲ ਵੇਖਣ ਵਾਲਾ ਜ਼ਰੂਰ ਕਵੇਗਾ ਕਿ ਮੈਂ ਇਹਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਇਹਨੇ ਤੇ ਆਪਣਾ ਸਿਰ ਵਾਹਿਗੁਰੂ ਦੇ ਚਰਨਾਂ ਵਿੱਚ ਰੱਖ ਦਿੱਤਾ ਹੈ, ਇਹਨੇ ਆਪਾ ਗਵਾ ਦਿੱਤਾ ਹੈ, ਇਹਨੇ ਆਪਣੀ ਹੋਂਦ ਨੂੰ ਮਿਟਾ ਦਿੱਤਾ ਹੈ। ਧਰਮ ਦਾ ਸਭ ਤੋਂ ਵੱਡਾ ਪਾਠ ਇਹ ਹੈ। ਇੱਥੇ ਆ ਕੇ ਇੱਕ ਔਖਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਆਪੇ ਗੱਲ ਬਣ ਜਾਏਗੀ। ਤੇ ਜੇ ਕਹੋ ਜੀ ਮੈਂ ਤੇ 4 ਸਹਿਜ ਪਾਠ ਕੀਤੇ ਨੇ ਤੇ ਮੈਂ ਇੰਨੇ ਸੁਖਮਣੀ ਕੀਤੇ ਨੇ ਤੇ ਲੱਖ ਕੁ ਪਾਠ ਤੇ ਮੇਰਾ ਮਹਾਰਾਜ ਹੋ ਹੀ ਗਿਆ ਹੈ, ਤੇ ਫਿਰ ਆਪਾਂ ਕਵਾਂਗੇ ਹਿਸਾਬ ਕਿਤਾਬ ਕਰ ਲਾ ਵੀ ਇੰਨਾ ਕਿਤੇ ਮੇਰਾ ਹੱਕ ਵੀ ਬਣਦਾ। ਨਹੀਂ, ਜਿਹੜਾ ਪੈਰ ਫੜ ਕੇ ਬੈਠਾ ਉਹਦਾ ਕੋਈ ਦਾਵਾ ਨਹੀਂ ਹੈਗਾ। ਤੇ ਇੱਥੇ ਇੰਨੀ ਕੀ ਗੱਲ ਹੈ, ਜਿਹਦਾ ਦਾਵਾ ਕੋਈ ਨਹੀਂ ਹੈਗਾ ਉਹਦਾ ਸਾਰਾ ਕੁਝ ਹੀ ਹੈ। ਆਪਾਂ ਸਾਰੇ ਮੰਨਦੇ ਆ। ਤੁਸੀਂ ਹੁਣੇ ਮੈਂ ਕਵਾਂਗਾ ਜਿਹਦਾ ਕੋਈ ਨਹੀਂ, ਕਹਿੰਦੇ ਉਹਦਾ ਰੱਬ ਹੁੰਦਾ ਹੈ।
ਨਿਮਾਣਿਆਂ ਦਾ, ਨਿਤਾਣਿਆਂ ਦਾ, ਨਿਉਟਿਆਂ ਦਾ, ਨਿਆਸਰਿਆਂ ਦਾ, ਨਿਗਤਿਆਂ ਦਾ, ਨਿਪੱਤਿਆਂ ਦਾ ਕੌਣ ਹੁੰਦਾ ਹੈ? ਗੁਰੂ ਅਮਰਦਾਸ ਹੁੰਦਾ ਹੈ। ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪੱਤ, ਨਿਤੇਰਿਆਂ ਦੀ ਧਿਰ, ਨਿਆਸਰਿਆਂ ਦਾ ਆਸਰਾ ਕੌਣ ਹੈ? ਗੁਰੂ ਅਮਰਦਾਸ ਹੈ। ਠੀਕ ਹੈ, ਸਾਡੇ ਕੋਲ ਇੱਕ ਜੀਭ ਹੈ, ਪਰ ਇਹ ਗੁਰੂ ਚੇਤਾ ਰੱਖਣਾ, ਉਹਦੇ ਗੁਣ ਬਹੁਤੇ ਨੇ, ਨਹੀਂ ਗਾਏ ਜਾਣੇ। ਜੇ ਗਾਵਾਂਗੇ ਵੀ ਫਿਰ ਵੀ ਸਿਰ ਭਾਰ ਰਹਿ ਜਾਏਗਾ। ਅਸੰਖ ਕਹੈ ਸਿਰ ਭਾਰ ਹੋਏ, ਅਸੰਖ ਵਡਿਆਈਆਂ ਵੀ ਕਹਿ ਦਿਓਗੇ ਫਿਰ ਵੀ ਸਿਰ ਤੇ ਭਾਰ ਰਹਿ ਜਾਏਗਾ। ਤੁਹਾਡੇ ਕੋਲ ਪੂਰੀ ਵਡਿਆਈ ਹੋ ਨਹੀਂ ਸਕਣੀ। ਤੁਹਾਡੇ ਕੋਲ ਰੱਬ ਦਾ ਪੂਰਾ ਗੁਣਾਨਵਾਦ ਹੋ ਨਹੀਂ ਸਕਣਾ। ਇਸ ਕਰਕੇ ਸਭ ਤੋਂ ਵਧੀਆ ਕਿ ਉਹਦੇ ਚਰਨ ਪਕੜ ਲਓ, ਉਹਦੀ ਸ਼ਰਨ ਪੈ ਜਾਓ। ਉਹਨੂੰ ਕਹਿ ਦਿਓ, ਅਬ ਹਮ ਚਲੀ ਠਾकुर ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਕਹੋਗਾ ਜਪ ਤਪ ਸੰਜਮ ਧਰਮ ਨਾ ਕਮਾਇਆ। ਜਪ ਤਪ ਸੰਜਮ, ਕੋਈ ਜਪ ਨਹੀਂ ਕੀਤਾ ਮੈਂ, ਕੋਈ ਤਪ ਨਹੀਂ ਕੀਤਾ, ਕੋਈ ਮੈਂ ਪੁੱਠਾ ਨਹੀਂ ਲਟਕਿਆ, ਕੋਈ ਪਰਹੇਜ਼ ਨਹੀਂ ਮੇਰਾ, ਨਾ ਬੋਲਣ ਦਾ, ਨਾ ਖਾਣ ਪੀਣ ਦਾ, ਨਾ ਉੱਠਣ ਬੈਠਣ ਦਾ। ਜਪ ਤਪ ਸੰਜਮ ਧਰਮ ਨਾ ਕਮਾਇਆ। ਜਿਹੜੇ ਫਰਜ਼ਾਂ ਦੀ ਅਦਾਇਗੀ ਸੀ ਮੈਂ ਨਹੀਂ ਕਰ ਸਕਿਆ। ਪਤਨੀ ਦੇ ਪ੍ਰਤੀ, ਪਤੀ ਦੇ ਪ੍ਰਤੀ, ਬੱਚਿਆਂ ਦੇ ਪ੍ਰਤੀ, ਸਮਾਜ ਦੇ ਪ੍ਰਤੀ, ਮਾਂ ਪਿਓ ਦੇ ਪ੍ਰਤੀ, ਕਿਸੇ ਗਰੀਬ ਦੇ ਪ੍ਰਤੀ, ਇਹ ਤੁਹਾਡੇ ਫਰਜ਼ ਨੇ। ਕਿਸੇ ਲੋੜਵੰਦ ਦੇ ਪ੍ਰਤੀ ਤੁਹਾਡੇ ਫਰਜ਼ ਨੇ। ਧਰਮ ਇਸੇ ਨੂੰ ਕਹਿੰਦੇ ਨੇ। ਭੁੱਖੇ ਨੂੰ ਰੋਟੀ ਦੇਣਾ ਫਰਜ਼ ਹੈ। ਜਿਹੜਾ ਰੱਜ ਕੇ ਸੁੱਤਾ ਹੋਵੇ, ਮੈਂ ਤਾਂ ਇੱਥੇ ਕਈ ਵਾਰੀ ਵੇਖਿਆ ਵੀ ਜਿਹੜਾ ਬਿਸਲਰੀ ਦਾ ਪਾਣੀ ਪੀਂਦਾ ਹੈ, ਹੁਣ ਉਹਦੇ ਮਗਰ ਮੇਰੇ ਵਰਗਾ ਛਬੀਲ ਦਾ ਗਲਾਸ ਲੈ ਕੇ ਤੁਰਿਆ ਫਿਰੇ ਤੇ ਮੂਰ ਕੱਢੀ ਤਾਂ ਹੋਰ ਕੀ ਹੈ? ਉਹ ਤੇਰਾ ਪਾਣੀ ਪੀਏਗਾ? ਪਾਣੀ ਉਹਨੂੰ ਦੇ ਜਿਹੜਾ ਕਹਿ ਰਿਹਾ ਹੈ ਕਿ ਵੀਰ ਜੀ ਇੱਕ ਗਲਾਸ ਮੈਨੂੰ ਵੀ ਦੇ ਦਿਓ। ਤੇਰੇ ਪਾਣੀ ਦੀ ਲੋੜਵੰਦ ਨੂੰ ਲੋੜ ਹੈ। ਇਹ ਰੋਜ਼ ਪਾਠ ਕਰਦੇ ਆਪਾਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਹਰ ਰਾਇਆ। ਨਾ ਸੇਵਾ ਆਉਂਦੀ ਹੈ, ਨਾ ਸਾਧੂਆਂ ਦਾ ਸੰਗ ਆਉਂਦਾ ਹੈ। ਰੱਬ ਦੇ ਬਾਰੇ ਤਾਂ ਗਿਆਨ ਹੀ ਕੋਈ ਨਹੀਂ ਹੈ। ਨਾ ਜਾਣਿਆ ਹਰ ਰਾਇਆ, ਫਿਰ ਕੀ ਹੈ? ਕਹੋ ਨਾਨਕ ਹਮ ਨੀਚ ਕਰਮਾ। ਮੇਰੇ ਕੰਮ ਵੀ ਮਾੜੇ ਨੇ, ਕਰਮ ਹੀ ਬੜੇ ਮਾੜੇ ਨੇ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਚਲੋ ਮੈਨੂੰ ਕੁਝ ਨਹੀਂ ਆਉਂਦਾ, ਪਰ ਹੁਣ ਮੈਂ ਤੁਹਾਡੀ ਸ਼ਰਨ ਤੇ ਆ ਗਿਆ ਨਾ। ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਖਲੋਤਾ, ਕੁਛ ਤਾਂ ਮੇਰੇ ਤੇ ਦਇਆ ਕਰੋ ਤੁਸੀਂ। ਹਾਂਜੀ। ਹਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤੁਮਾਏ। ਅਗਲੀ ਗੱਲ ਜ਼ਰੂਰ ਪੱਲੇ ਬੰਨ ਲੈਣੀ। ਫਲਗੁਣ ਦੇ ਮਹੀਨੇ ਵਿੱਚ ਸਿਫਤ ਸਲਾਹ ਉਹਦੀ ਕਰਿਓ ਜਿਹਨੂੰ ਤੁਹਾਡੇ ਤੋਂ ਲਾਲਚ ਕੋਈ ਨਹੀਂ ਹੈ, ਜਿਹਨੂੰ ਕੋਈ ਇੱਛਾ ਹੀ ਨਹੀਂ ਹੈ ਕਿਸੇ ਤਰ੍ਹਾਂ ਦੀ, ਉਹ ਤੁਹਾਡੇ ਤੋਂ ਆਸ ਨਹੀਂ ਕਰਦਾ। ਹੁਣ ਉਹਦਾ ਗੁਣ ਗਾਓ ਜਿਹੜਾ ਜਿਹਨੇ ਤੁਹਾਡੇ ਤੋਂ ਲੈਣਾ ਹੀ ਕੁਝ ਨਹੀਂ ਹੈ। ਉਹ ਕੌਣ ਹੋ ਸਕਦਾ ਹੈ? ਉਹ ਰੱਬ ਹੈ। ਰੱਬ ਸਿਰਫ ਬੰਦੇ ਨੂੰ ਦਿੰਦਾ ਹੈ, ਲੈਂਦਾ ਨਹੀਂ ਹੈ। ਰੱਬ ਲੈਂਦਾ ਨਹੀਂ ਹੈ, ਰੱਬ ਦਿੰਦਾ ਹੈ। ਜੇ ਅਸੀਂ ਦਿੰਨੇ ਆ ਤਾਂ ਅਸੀਂ ਉਹਦੇ ਦਿੱਤੇ ਚੋਂ ਦਿੰਨੇ ਆ। ਜਿੱਦਣ ਇਹ ਸਮਝ ਆ ਗਈ ਨਾ ਵੀ ਮੈਂ ਉਹਦੇ ਦਿੱਤੇ ਚੋਂ ਦੇ ਰਿਹਾ, ਤੇ ਦਾਨ ਦਾ ਹੰਕਾਰ ਮੁੱਕ ਜਾਏਗਾ, ਖਤਮ ਹੋ ਜਾਏਗਾ, ਭੋਗ ਪੈ ਜਾਏਗਾ। ਤੇਰਾ ਦੀਆ ਤੁਝੇ ਕਿਆ ਅਰਪੋ, ਆਪੇ ਕੰਮ ਖਤਮ ਹੋ ਗਿਆ। ਇੱਥੇ ਤੇ ਹੰਕਾਰ ਹੈ, ਮੈਂ ਤੇ ਜੀ ਦਾਨ ਕਰਦਾ ਜੀ। ਮੈਂ ਤਾਂ, ਤੂੰ ਦਾਨ ਨਹੀਂ ਕਰਦਾ, ਤੂੰ ਰੱਬ ਦੇ ਦਿੱਤੇ ਚੋਂ ਦੇ ਰਿਹਾ ਹੈ। ਕਿਉਂਕਿ ਤੈਨੂੰ ਰੱਬ ਨੇ ਦਿੱਤਾ ਬਹੁਤਾ ਹੈ, ਤੂੰ ਉਹਦੇ ਚੋਂ ਥੋੜਾ ਬਹੁਤਾ ਤੂੰ ਦੇ ਰਿਹਾ ਭਾਈ। ਫਿਰ ਦੇ ਰਿਹਾ ਤੇ ਉਹਦਾ ਤੇਰਾ ਇੱਜ਼ਤ ਮਾਣ ਵੀ ਹੈ, ਉਹਦਾ ਤੈਨੂੰ ਪੁੰਨ ਫਲ ਵੀ ਮਿਲਦਾ ਹੈ, ਲੋਕਾਂ 'ਚ ਤੇਰੀ ਇੱਜ਼ਤ ਵੀ ਹੈ, ਬੱਲੇ ਬੱਲੇ ਵੀ ਹੈ, ਸ਼ਾਨ ਵੀ ਹੈ। ਹਾਂਜੀ।
ਜਿਨ ਜਿਨ ਨਾਮ ਧਿਆਇਆ ਤਿਨ ਕੈ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹਨਾਂ ਦੇ ਕਾਰਜ ਸਿੱਧ ਹੋ ਗਏ ਨੇ, ਉਹਨਾਂ ਦੇ ਕੰਮ ਰੱਬ ਨੇ ਸਵਾਰ ਦਿੱਤੇ ਨੇ। ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਜਿਨ੍ਹਾਂ ਨੇ ਹਰੀ ਗੁਰੂ ਪੂਰੇ ਦੀ ਆਰਾਧਨਾ ਕੀਤੀ ਉਹ ਰੱਬ ਦੀ ਬਾਰਗਾਹ ਵਿੱਚ ਦਰਗਾਹ ਵਿੱਚ ਬਿਲਕੁਲ ਸੁਰਖਰੂ ਨੇ, ਉਹਨਾਂ ਨੇ ਕੋਈ ਲੇਖਾ ਜੋਖਾ ਉੱਥੇ ਨਹੀਂ ਦੇਣਾ। ਹਾਂਜੀ। ਸਰਬ ਸੁਖਾ ਨਿਧ ਚਰਨ ਹਾਰ ਪਉ ਜਲ ਬਿਖਮ ਤਰੇ। ਸਾਰੇ ਸੁੱਖਾਂ ਦਾ ਖਜ਼ਾਨਾ ਉਸ ਪ੍ਰਭੂ ਪਰਮਾਤਮਾ ਦੇ ਚਰਨ ਨੇ, ਤੇ ਜਿਹਨੇ ਚਰਨ ਫੜ ਲਏ ਉਹ ਇਸ ਔਖੇ ਸੰਸਾਰ ਤੋਂ ਪਾਰ ਹੋ ਗਿਆ। ਹਾਂਜੀ। ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹਿ ਜਰੇ। ਜਿਨ੍ਹਾਂ ਨੇ ਰੱਬ ਦੀ ਪ੍ਰੇਮਾ ਭਗਤੀ ਪਾਈ ਹੈ ਉਹ ਕਦੇ ਮੁੜ ਕੇ ਵਿਖਿਆ ਦੇ ਵਿੱਚ, ਜ਼ਹਿਰ ਦੇ ਵਿੱਚ, ਵਿਸ਼ੇ ਵਿਕਾਰਾਂ ਵਿੱਚ ਨਹੀਂ ਸੜਦੇ ਭਾਈ। ਹਾਂਜੀ। ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ। ਉਹਨਾਂ ਦੇ ਜੀਵਨ ਵਿੱਚੋਂ ਝੂਠ ਚਲਾ ਗਿਆ, ਉਹਨਾਂ ਦਾ ਜੀਵਨ ਹੁਣ ਸਚਿਆਰ ਬਣ ਗਿਆ। ਹਾਂਜੀ। ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਧਰੇ। ਉਹ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਕੇ ਇੱਕ ਪਰਮਾਤਮਾ ਦਾ ਸਿਮਰਨ ਕਰਦੇ ਨੇ, ਇੱਕ ਪਰਮਾਤਮਾ ਦੀ ਆਰਾਧਨਾ ਕਰਦੇ ਨੇ। ਹਾਂਜੀ। ਮਾਹ ਦਿਵਸ ਮੂਰਤ ਫਲੇ ਜਿਸ ਕੋ ਨਜ਼ਰ ਕਰੇ। ਇਹ ਮਹੀਨੇ, ਇਹ ਦਿਨ, ਇਹ ਵਕਤ ਉਹਨਾਂ ਦੇ ਮੁਬਾਰਕ ਨੇ ਜਿਨ੍ਹਾਂ ਤੇ ਰੱਬ ਮਿਹਰਬਾਨ ਹੈ, ਕਿਉਂਕਿ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਹਾਂਜੀ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਨੇ, ਮੈਂ ਨਾਨਕ ਪਰਮਾਤਮਾ ਤੇਰੇ ਦਰਸ਼ਨਾਂ ਦਾ ਦਾਨ ਮੰਗਦਾ, ਤੂੰ ਮੇਰੇ ਤੇ ਕਿਰਪਾ ਕਰ। ਇੰਨੇ ਕੁ ਸ਼ਬਦਾਂ ਦੇ ਨਾਲ ਅੱਜ ਕਥਾ ਦੀ ਸਮਾਪਤੀ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਇਤਿਹਾਸ ਦੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।